ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਖਬਰ ਪੜਤਾਲ ਦੇ ਵਿੱਚ ਅੱਜ ਵੱਡੇ ਤੇ ਅਹਿਮ ਸਵਾਲਾਂ ਦੇ ਉੱਤੇ ਚਰਚਾ ਕਰਾਂਗੇ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਨਾਮ ਕਿਸਾਨੀ ਅੰਦੋਲਨ ਦੀ ਜਿੱਤ ਬਹੁਤ ਵੱਡੇ ਸਵਾਲ ਲੈ ਕੇ ਖੜੇ ਆ ਰਹੀ ਹੈ ਤੇ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਜੇਕਰ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਆਉਂਦੀਆਂ ਨੇ ਤਾਂ ਉਸ ਦਾ ਭਵਿੱਖ ਕੀ ਹੋਵੇਗਾ ਤੇ ਕਿਸਾਨੀ ਅੰਦੋਲਨ ਤੇ ਵੀ ਚਰਚਾ ਜ਼ਰੂਰ ਕਰਾਂਗੇ। ਪਹਿਲਾਂ ਡੱਲਾ ਜੀ ਹੁਣਾਂ ਦਾ ਸਵਾਗਤ ਕਰਦੇ ਹਾਂ, ਫਿਰ ਚਰਚਾ ਤੇ ਵੱਲ ਵੀ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਗਗਨ ਜੀ, ਬਹੁਤ ਅਹਿਮ ਸਵਾਲ ਤੁਸੀਂ ਚੁੱਕਿਆ ਜੀ। ਡੱਲਾ ਜੀ, ਸਵਾਲਾਂ ਦੇ ਵੱਲ ਜਾਣ ਤੋਂ ਪਹਿਲਾਂ ਦਿੱਲੀ ਵੱਲ ਚੱਲੀਏ ਤੇ ਕਿਸਾਨੀ ਅੰਦੋਲਨ ਦੇ ਵਿੱਚ ਉਮੀਦਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਹੋ ਸਕਦੀ ਆ। ਕੀ ਵੇਖਦੇ ਹੋ, ਕੀ ਨਤੀਜੇ ਨਿਕਲ ਸਕਦੇ ਨੇ ਤੇ ਕਿਸਾਨੀ ਸੰਘਰਸ਼ ਕਿਸ ਰਾਹ ਦੇ ਉੱਤੇ ਜਾ ਸਕਦਾ ਹੈ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਅੱਜ ਗੱਲ ਹੋ ਜੇ, ਦੁਪਹਿਰ ਨੂੰ ਹੋ ਜੇ, ਸ਼ਾਮ ਨੂੰ ਹੋ ਜੇ, ਕੇਂਦਰ ਸਰਕਾਰ ਔਰ ਕਿਸਾਨਾਂ ਦੇ ਵਿੱਚ ਹੁਣ ਗੱਲਬਾਤ ਤਾਂ ਹੋਏਗੀ ਜੀ, ਔਰ ਇਹ ਗੱਲਬਾਤ ਹੋਣੀ ਬੜੀ ਲਾਜ਼ਮੀ ਹੈ ਕਿਉਂਕਿ ਬਿਨਾਂ ਗੱਲਬਾਤ ਦੇ ਹੁਣ ਇਸ ਮਸਲੇ ਦਾ ਹੱਲ ਨਹੀਂ ਨਿਕਲਣਾ। ਕਿਸਾਨ ਆਪਣੇ ਅੰਦੋਲਨ ਨੂੰ ਬਹੁਤ ਤਕੜਾ ਕਰ ਚੁੱਕੇ ਨੇ। ਦੇਸ਼ ਭਰ ਤੋਂ ਜਿਹੜੇ ਕਿਸਾਨਾਂ ਦਾ ਸਮਰਥਨ ਹੈ ਜਿਹੜਾ ਉਹ ਇਸ ਕਿਸਾਨ ਅੰਦੋਲਨ ਨੂੰ ਮਿਲ ਰਿਹਾ ਹੈ ਔਰ ਦੂਰੋਂ ਦੂਰੋਂ ਕਿਸਾਨ ਹਜੇ ਵੀ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਨੇ। ਔਰ ਮੈਨੂੰ ਪਤਾ ਲੱਗਿਆ ਹੈ ਕਿ ਜਦੋਂ ਆਪਾਂ ਜਾਂਦੇ ਹਾਂ ਨਾ ਜੀ ਦਿੱਲੀ ਨੂੰ, ਪਹਿਲਾਂ ਪਾਣੀਪਤ ਆਉਂਦਾ, ਸੋਨੀਪਤ, ਪਾਣੀਪਤ ਤੱਕ ਲਾਈਨਾਂ ਲੱਗ ਗਈਆਂ ਟਰਾਲੀਆਂ ਦੀਆਂ। ਔਰ ਅਗਰ ਕੋਈ ਛੇਤੀ ਫੈਸਲਾ ਨਾ ਹੋਇਆ ਗਗਨ ਜੀ, ਇਹ ਟਰਾਲੀਆਂ ਦੀਆਂ ਲਾਈਨਾਂ ਮੈਨੂੰ ਲੱਗਦੀਆਂ ਸ਼ੰਭੂ ਬਾਰਡਰ ਤੱਕ ਪਹੁੰਚ ਜਾਣੀਆਂ 1-2 ਦਿਨਾਂ ਤੱਕ, ਅਗਰ ਇਹ ਨਾ ਮਸਲਾ ਨਿਬੜਿਆ। ਜਿਸ ਤੇਜ਼ੀ ਦੇ ਨਾਲ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਜਜ਼ਬਾ ਹੈ ਕਿ ਅਸੀਂ ਜ਼ਰੂਰ ਕਿਸਾਨ ਖੇਤੀ ਕਾਨੂੰਨਾਂ ਤੇ ਕੋਈ ਨਾ ਕੋਈ ਹੱਲ ਚਾਹੁੰਦੇ ਹਾਂ। ਹੁਣ ਕੱਲ ਨਰਿੰਦਰ ਮੋਦੀ ਉਹਨਾਂ ਦਾ ਜਿਹੜਾ ਭਾਸ਼ਣ ਸੀ, ਨਰਿੰਦਰ ਮੋਦੀ ਦੇ ਭਾਸ਼ਣ ਦਾ ਜਦੋਂ ਆਰਥਿਕ ਮਾਹਰਾਂ ਨੇ ਕੱਪੜ ਛਾਣ ਕੀਤਾ ਤਾਂ ਮੂਲ ਰੂਪ ਦੇ ਵਿੱਚ ਲਗਭਗ ਗੱਲ ਬਰਾਬਰ ਦੀ ਹੈ। ਜੋ ਮਨਮੋਹਨ ਸਿੰਘ ਦੇ ਰਾਜ 'ਚ ਕਿਸਾਨਾਂ ਨੂੰ ਮਿਲਦਾ ਸੀ, ਲਗਭਗ ਸਥਿਤੀ ਉਹੀ ਹੈ। ਕੋਈ 19-21 ਦਾ ਫਰਕ ਹੋਵੇ ਤਾਂ ਹੋਵੇ ਜੀ, ਕਿਉਂਕਿ ਖੇਤੀ ਖਰਚੇ ਵੀ ਵੱਧ ਗਏ ਮਨਮੋਹਨ ਸਿੰਘ ਦੇ ਨਾਲ ਮੁਕਾਬਲੇ। ਕੱਲ ਮੋਦੀ ਸਾਹਿਬ ਕਹਿ ਰਹੇ ਸੀ ਵਾਰਾਣਸੀ 'ਚ ਕਿ ਅਸੀਂ ਪਿਛਲੀ ਕਾਂਗਰਸ ਸਰਕਾਰ ਨਾਲੋਂ ਜ਼ਿਆਦਾ MSP ਤੇ ਖਰੀਦ ਕੀਤੀ ਹੈ, ਜਦਕਿ ਖਰਚੇ ਵੀ ਵੱਧ ਗਏ ਕਾਂਗਰਸ ਦੀ ਸਰਕਾਰ ਨਾਲੋਂ। ਮੋਦੀ ਸਾਹਿਬ ਤੁਹਾਡੇ ਰਾਜ 'ਚ ਰੁਪਈਏ ਦੀ ਵੈਲਿਊ ਵੀ ਘਟ ਗਈ। ਮਨਮੋਹਨ ਸਿੰਘ ਦੇ ਰਾਜ 'ਚ ਤਾਂ 65-66 ਤੱਕ ਡਾਲਰ ਸੀ ਜੀ, ਆਮ ਤੌਰ ਤੇ ਸਧਾਰਨ। ਹੁਣ ਤਾਂ 74-75-76 ਤੇ ਤੁਰਿਆ ਫਿਰਦਾ, ਵਿੱਚ 72 ਵੀ ਆ ਜਾਂਦਾ। ਫਰਕ ਬਹੁਤ ਪੈ ਗਿਆ। ਮੋਦੀ ਦੇ ਰਾਜ 'ਚ ਡਾਲਰ ਦੀ ਕੀਮਤ ਵੱਧ ਗਈ, ਰੁਪਈਏ ਦੀ ਕੀਮਤ ਘਟ ਗਈ। ਸੋ ਜੇ ਵੱਧ MSP ਤੇ ਮੋਦੀ ਸਾਹਿਬ ਨੇ ਖਰੀਦ ਕਰ ਲਈ ਤੇ ਰੁਪਈਏ ਦੀ ਕੀਮਤ ਘਟ ਗਈ ਜੀ। ਕਿਸਾਨਾਂ ਦੇ ਦੂਜੇ ਪਾਸੇ ਖਰਚੇ ਵੱਧ ਗਏ, ਡੀਜ਼ਲ ਮਹਿੰਗਾ ਹੋ ਗਿਆ। ਮਨਮੋਹਨ ਸਿੰਘ ਦੇ ਮੁਕਾਬਲੇ ਵੱਧ ਡੀਜ਼ਲ ਤੁਸੀਂ ਮਹਿੰਗਾ ਡੀਜ਼ਲ ਵੇਚ ਰਹੇ ਹੋ ਜਿਹਦੇ ਨਾਲ ਖੇਤੀ ਹੁੰਦੀ ਹੈ। ਸੋ ਬੁਨਿਆਦੀ ਫਰਕ ਕੋਈ ਬਹੁਤਾ ਜ਼ਿਆਦਾ ਨਹੀਂ। ਜਿਹੋ ਜਿਹਾ ਮਨਮੋਹਨ ਸਿੰਘ ਦੇ ਰਾਜ ਵੇਲੇ ਖੇਤੀ ਦਾ ਪ੍ਰਬੰਧ ਸੀ, ਲਗਭਗ ਉਸੇ ਤਰ੍ਹਾਂ ਦਾ ਹੀ ਨਰਿੰਦਰ ਮੋਦੀ ਉਹਨਾਂ ਦੇ ਰਾਜ 'ਚ ਖੇਤੀ ਦਾ ਪ੍ਰਬੰਧ ਹੈ। 19-21 ਦਾ ਹੀ ਫਰਕ ਹੈ, ਕੋਈ ਹੋਊਗਾ ਤਾਂ ਜੀ। ਸੋ ਇਸ ਕਰਕੇ ਇਹ ਕੋਈ ਬਹੁਤਾ ਯੁੱਗ ਪਲਟਾਊ ਫੈਸਲੇ ਨਹੀਂ ਮੋਦੀ ਦੀ ਸਰਕਾਰ 'ਚ ਖੇਤੀਬਾੜੀ ਨੂੰ ਲੈ ਕੇ ਹੋਏ। ਕੋਸ਼ਿਸ਼ ਕਹਿ ਸਕਦੇ ਹਾਂ ਹੋਈ ਹੈ, ਪਰ ਪੰਜਾਬ ਤੇ ਹਰਿਆਣੇ ਦੇ ਹਾਲਾਤਾਂ ਨੂੰ ਨਹੀਂ ਸਮਝ ਸਕੇ ਮੋਦੀ ਸਾਹਿਬ। ਪੰਜਾਬ ਤੇ ਹਰਿਆਣੇ ਦੇ ਖੇਤੀਬਾੜੀ ਦੇ ਹਾਲਾਤ, ਖੇਤੀਬਾੜੀ ਦੇ ਢੰਗ ਤਰੀਕੇ ਬਿਲਕੁਲ ਵੱਖਰੇ ਨੇ ਗੁਜਰਾਤ ਨਾਲੋਂ, ਮਹਾਰਾਸ਼ਟਰ ਨਾਲੋਂ, ਉੱਤਰ ਪ੍ਰਦੇਸ਼ ਨਾਲੋਂ। ਇਹੀ ਬੁਨਿਆਦੀ ਫਰਕ ਹੈ। ਮੈਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਲਗਾਤਾਰ ਕਹਿ ਰਹੇ ਨੇ ਕਿ ਸਾਡੇ ਕਾਨੂੰਨ ਬੜੇ ਚੰਗੇ ਨੇ, ਇਹਨਾਂ ਦਾ ਬਹੁਤ ਫਾਇਦਾ ਹੈ। ਜੇ ਪੰਜਾਬ ਤੇ ਹਰਿਆਣੇ ਨੂੰ ਵੱਖਰਾ ਕਰਦੀ ਹੈ ਨਾ, ਸ਼ਾਇਦ ਉਹਨਾਂ ਦੀ ਗੱਲ 'ਚ ਵਜ਼ਨ ਵੀ ਹੈ ਕਿ ਹਰਿਆਣੇ ਤੇ ਪੰਜਾਬ ਨੂੰ ਕੱਢ ਕੇ ਬਾਕੀ ਮੁਲਕ ਲਈ ਕਈ ਤੱਥਾਂ ਨੇ ਜਿਹੜੀਆਂ ਇਸ ਕਾਨੂੰਨ ਦੀਆਂ ਫਾਇਦੇਮੰਦ ਹੈ। ਪੰਜਾਬ ਲਈ ਵੀ ਕਈ ਮਦਾ ਫਾਇਦੇਮੰਦ ਨੇ, ਪਰ ਸਾਰੇ ਕਾਨੂੰਨ ਪੰਜਾਬ ਲਈ ਫਾਇਦੇਮੰਦ ਨਹੀਂ ਹੈ। ਸਭ ਤੋਂ ਵੱਡੀ ਗੱਲ ਹੈ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ, ਖੇਤੀ ਹਾਲਾਤ ਨੇ, ਜ਼ਰੂਰਤਾਂ ਨੇ, ਉਹਦੇ ਮੁਤਾਬਕ ਕਾਨੂੰਨ ਹੈ ਨਹੀਂ ਬਿਲਕੁਲ। ਇਹ 3 ਖੇਤੀ ਕਾਨੂੰਨ ਜੀ। ਸੋ ਇਹੀ ਸਭ ਤੋਂ ਵੱਡਾ ਰਿੜਕ ਹੈ। ਜਦ ਤੱਕ ਨਰਿੰਦਰ ਮੋਦੀ ਦੀ ਸਰਕਾਰ ਗਗਨ ਇਸ ਗੱਲ ਲਈ ਤਿਆਰ ਨਹੀਂ ਹੁੰਦੀ ਕਿ ਅਸੀਂ MSP ਨੂੰ ਕਾਨੂੰਨ ਬਣਾਵਾਂਗੇ, ਅਸੀਂ MSP ਤੇ ਸਰਕਾਰੀ ਖਰੀਦ ਕਦੀ ਬੰਦ ਨਹੀਂ ਕਰਾਂਗੇ, ਅਸੀਂ ਕਿਸਾਨਾਂ ਕੋਲੇ ਰਸਤਾ ਰੱਖਾਂਗੇ, ਜੇ ਕੋਈ ਝਗੜਾ ਪੈਦਾ ਹੁੰਦਾ ਤੇ ਉਹ ਅਦਾਲਤਾਂ 'ਚ ਜਾ ਸਕਣ, ਤਦ ਤੱਕ ਮਸਲਾ ਨਹੀਂ ਨਿਬੜਨਾ। ਜਦ ਤੱਕ ਪਰਾਲੀ ਤੇ ਸਜ਼ਾ ਵਾਪਸ ਨਹੀਂ ਲੈਂਦੇ। ਤੁਸੀਂ ਦੇਖੋ, ਪਰਾਲੀ ਸਾੜਨ ਤੇ ਸਜ਼ਾ 5 ਸਾਲ ਦੀ 1 ਕਰੋੜ ਦਾ ਜੁਰਮਾਨਾ। ਪਰਾਲੀ ਸਾੜਨਾ ਮਜਬੂਰੀ ਹੈ ਕਿਸਾਨ ਦੀ, ਉਹ ਸਰਕਾਰਾਂ ਦੀ ਕਮਜ਼ੋਰੀ ਕਰਕੇ ਕਿਸਾਨ ਮਜਬੂਰੀ 'ਚ ਪਰਾਲੀ ਸਾੜ ਰਿਹਾ। ਪਾਰਲੀਮੈਂਟ 'ਚ ਵੱਡੀਆਂ ਗੱਲਾਂ ਹੋਈਆਂ ਸੀ। ਮੋਦੀ ਸਾਹਿਬ, ਤੁਸੀਂ ਅੱਜ ਤੱਕ ਕਿਸਾਨਾਂ ਦੀ ਪਰਾਲੀ ਨਹੀਂ ਸਾਂਭ ਸਕੇ, ਨਾ ਪ੍ਰਾਈਵੇਟ ਅਦਾਰੇ ਸਾਂਭ ਸਕੇ। ਫਿਰ ਦੱਸੋ, ਸਰਕਾਰ ਕਹਿੰਦੀ ਸੀ ਅਸੀਂ ਪਰਾਲੀ ਸਾਂਭਾਂਗੇ, ਬਿਜਲੀ ਪੈਦਾ ਕਰਾਂਗੇ, ਗੱਤਾ ਬਣੂਗਾ, ਕਾਗਜ਼ ਬਣੂਗਾ, ਫਰਨੀਚਰ ਬਣਨਗੇ, ਬੜਾ ਕੁਝ ਬਣੂਗਾ। ਬੜੀਆਂ ਗੱਲਾਂ ਸਰਕਾਰ ਨੇ ਕੀਤੀਆਂ। ਸਰਕਾਰ ਤੋਂ ਹੋਇਆ ਕੁਛ ਨਹੀਂ। ਸਰਕਾਰ ਕਹਿੰਦੀ ਹੁਣ ਹੋਇਆ ਕੁਛ ਨਹੀਂ, ਪਰ ਕਾਨੂੰਨ ਬਣਾ ਦਿਓ ਵੀ ਜੇ ਪਰਾਲੀ ਸਾੜੀ ਤਾਂ 5 ਸਾਲ ਲਈ ਅੰਦਰ
ਤੇ 1 ਕਰੋੜ ਦਾ ਜੁਰਮਾਨਾ। ਇਸ ਜੀ। ਕਰਕੇ ਸਰਕਾਰਾਂ ਤੋਂ ਜਦੋਂ ਕੁਝ ਹੁੰਦਾ ਨਹੀਂ ਨਾ, ਫਿਰ ਉਹ ਸਖਤ ਕਾਨੂੰਨ ਬਣਾ ਦਿੰਦੀਆਂ ਨੇ। ਅਸਲ 'ਚ ਸਰਕਾਰਾਂ ਨੂੰ ਹੱਲ ਕਰਨ ਦੇ ਲਈ ਆਪਾਂ ਚੁਣੇ ਆ, ਆਪਾਂ ਸਰਕਾਰਾਂ ਨੂੰ ਹੱਲ ਕਰਨ ਦੇ ਲਈ ਚੁਣੇ ਆ ਵੀ ਹੱਲ ਕੱਢੋ। ਬਿਲਕੁਲ ਜੀ। ਸੋ ਡੱਲਾ ਜੀ, ਜੇ ਇੱਧਰੋਂ ਕਿਸਾਨੀ ਅੰਦੋਲਨ ਦੀ ਨਿਗਾਹ ਦੇ ਵਿੱਚੋਂ ਆਪਾਂ 2022 ਨੂੰ ਵੇਖੀਏ ਤਾਂ ਕਿੱਦਾਂ ਵੇਖ ਰਹੇ ਹੋ? ਜੇਕਰ ਕਿਸਾਨੀ ਅੰਦੋਲਨ ਦੀ ਜਿੱਤ ਹੁੰਦੀ ਹੈ ਤਾਂ ਇਸ ਦੇ ਬਨਾਮ 2022 ਚੋਂ। ਬਿਲਕੁਲ ਤੁਹਾਡਾ ਸਵਾਲ ਮੈਂ ਸਮਝ ਗਿਆ। ਮੈਨੂੰ ਇਹ ਲੱਗਦਾ ਹੈ ਹੁਣ ਲੋੜ ਕੀ ਹੈ ਕਿਸਾਨਾਂ ਨੂੰ? ਕਿਸਾਨਾਂ ਨੂੰ ਲੋੜ ਇਹ ਆ ਵੀ ਦੇਖੋ ਉੱਥੇ ਦਿੱਲੀ 'ਚ ਥਾਂ ਥਾਂ ਧਰਨੇ ਦੇ ਰਹੇ ਨੇ, ਸਰਕਾਰਾਂ ਗੱਲ ਸੁਣਨ ਨੂੰ ਤਿਆਰ ਨਹੀਂ। ਕਿਸਾਨ ਪ੍ਰਬੰਧ ਦਾ ਹਿੱਸਾ ਕਿਉਂ ਨਹੀਂ ਬਣਦਾ? ਅਰਵਿੰਦ ਕੇਜਰੀਵਾਲ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਦਿੱਲੀ ਤੇ ਸਰਕਾਰ ਬਣਾ ਗਿਆ ਆਪਣੀ। ਜੀ। ਸਾਡੀਆਂ 30-31 ਜਥੇਬੰਦੀਆਂ ਇਕੱਠੀਆਂ ਨੇ, ਪੂਰਾ ਪੰਜਾਬ ਇਹਨਾਂ 30-31 ਜਥੇਬੰਦੀਆਂ ਦੇ ਨਾਲ ਹੈ। ਜੀ। ਇਹ ਸਾਰੀਆਂ 30-31 ਜਥੇਬੰਦੀਆਂ ਅਗਰ ਤਹਈਆ ਕਰ ਲੈਣ ਕਿ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੀ ਵਿਧਾਨ ਸਭਾ 'ਚ ਪਹੁੰਚਣਾ ਹੈ, ਜੀ, ਔਰ ਅਸੀਂ ਘੱਟੋ ਘੱਟ 5 6 7 ਮੈਂਬਰ ਪਾਰਲੀਮੈਂਟ ਭੇਜਣੇ ਨੇ, ਪਾਰਲੀਮੈਂਟ 'ਚ ਜਿਹੜੇ ਜਾ ਕੇ ਤੁਹਾਡੀ ਗੱਲ ਉੱਥੇ ਰੱਖਣ। ਜੀ। ਪੂਰੇ ਪੰਜਾਬ ਦਾ ਕਿਸਾਨ ਇਕੱਠਾ ਹੋ ਜੇ ਨਾ ਜੀ, ਕਿਸੇ ਪੋਲੀਟੀਕਲ ਪਾਰਟੀ ਦੀ ਲੋੜ ਨਹੀਂ, ਕਾਂਗਰਸ ਦੀ, ਬੀਜੇਪੀ ਦੀ, ਆਪ ਦੀ, ਲੋਕ ਇਨਸਾਫ ਪਾਰਟੀ ਦੀ, ਅਕਾਲੀ ਦਲ ਦੀ, ਭਾਜਪਾ ਦੀ, ਪੀਡੀਏ ਦੀ, ਲਿਪ ਦੀ, ਕਿਸੇ ਦੀ ਲੋੜ ਨਹੀਂ। ਜੀ। 30 ਕਿਸਾਨ ਜਥੇਬੰਦੀਆਂ ਨੇ। ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਸੰਗਠਿਤ ਹੋ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ 'ਚ ਸੰਘਰਸ਼ ਕਰ ਰਹੀਆਂ ਨੇ, ਇਹ ਨਿਸ਼ਚਿਤ ਤੌਰ ਦੇ ਉੱਤੇ ਜਿੱਤ ਕੇ ਵੀ ਆਉਣਗੀਆਂ ਕਿਸਾਨ ਜਥੇਬੰਦੀਆਂ। ਔਰ ਇਹ ਸੁਨਹਿਰੀ ਮੌਕਾ ਹੈ ਪੰਜਾਬ 'ਚ। ਲਗਾਤਾਰ ਅਸੀਂ ਉਡੀਕ ਰਹੇ ਹਾਂ ਕਿ ਪੰਜਾਬ ਨੂੰ ਬਦਲ ਨਹੀਂ ਮਿਲ ਰਿਹਾ, ਪੰਜਾਬ ਨੂੰ ਬਦਲ ਨਹੀਂ ਮਿਲ ਰਿਹਾ। ਜੀ। ਕਿੰਨਾ ਸੰਗਠਿਤ ਅੰਦੋਲਨ ਕਿਸਾਨਾਂ ਨੇ ਚਲਾਇਆ ਹੁਣ ਤੱਕ। ਅਗਰ ਕਿਸਾਨ ਇਸੇ ਤਰ੍ਹਾਂ ਸੰਗਠਿਤ ਅੰਦੋਲਨ ਚਲਾਉਣ 'ਚ ਕਾਮਯਾਬ ਹੋ ਜਾਂਦੇ ਨੇ ਤੇ ਮੈਂ ਚਾਹੂੰਗਾ ਕਿ ਜ਼ਰੂਰ ਸਾਡੀਆਂ 30-31 ਜਥੇਬੰਦੀਆਂ ਇਹ ਪੋਲੀਟੀਕਲ ਪਾਰਟੀ ਵੀ ਬਣਾ ਸਕਦੀਆਂ ਨੇ। ਆ 30 ਜਥੇਬੰਦੀਆਂ ਅਗਰ ਆਪਣਾ ਇੱਕ ਐਮਐਲਏ ਵੀ ਖੜਾ ਲੈਣ, ਮੈਦਾਨ 'ਚ ਉਤਾਰ ਲੈਣ, 5-6 ਐਮਐਲਏ ਨਿਸ਼ਚਿਤ ਤੌਰ ਤੇ 10 ਐਮਐਲਏ ਵੀ ਇਹਨਾਂ ਦੇ ਜਿੱਤ ਕੇ ਆ ਸਕਦੇ ਨੇ ਪੰਜਾਬ ਦੀ ਵਿਧਾਨ ਸਭਾ 'ਚ। ਜੀ। ਔਰ ਕਿਸਾਨਾਂ ਨੂੰ ਪ੍ਰਬੰਧ ਦਾ ਹਿੱਸਾ ਬਣਨ ਦੇ ਲਈ ਕਿਸੇ ਪੋਲੀਟੀਕਲ ਪਾਰਟੀ ਦਾ ਸਮਰਥਨ ਨਾ ਕਰਨ। ਇਹ 30 ਦੀਆਂ 30 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਜਾਣ, ਕਿਸੇ ਪੋਲੀਟੀਕਲ ਪਾਰਟੀ ਦਾ ਸਮਰਥਨ ਨਾ ਕਰਨ, ਔਰ ਆਪਣੀ ਪੋਲੀਟੀਕਲ ਪਾਰਟੀ ਬਣਾਉਣ ਤੇ ਆਪਣੇ ਵੱਧ ਤੋਂ ਵੱਧ ਨੁਮਾਇੰਦੇ ਆ ਜਿਹੜੇ ਪੰਜਾਬ ਦੀ ਵਿਧਾਨ ਸਭਾ 'ਚ ਭੇਜਣ। ਫਿਰ ਮੁਕਾਬਲਾ ਹੁੰਦਾ ਦੇਖੀ ਜਾਊਗਾ। ਜੀ। ਸਰਕਾਰ ਵੀ ਬਣਾ ਸਕਦੇ ਆ ਕਿਸਾਨ ਪੰਜਾਬ 'ਚ। 30 ਕਿਉਂ ਖਿਡਾਉਣੇ? 117 ਸੀਟਾਂ ਤੇ ਫਿਰ ਆਪਣੇ ਕਿਸਾਨ ਉਮੀਦਵਾਰ ਖੜਾ ਲੈਣ। ਕਿਸਾਨੀ ਇੱਕ ਪਾਸੇ, ਦੂਜੇ ਸਾਰੇ ਲੋਕ ਇੱਕ ਪਾਸੇ ਹੋ ਗਏ, ਤਾਂ ਵੀ ਕਿਸਾਨਾਂ ਦਾ ਵੋਟ ਬੈਂਕ ਪੰਜਾਬ 'ਚ ਵੱਡਾ ਹੈ। ਜੀ। ਔਰ ਆਮ ਲੋਕ ਵੀ ਕਿਸਾਨਾਂ ਦੇ ਨਾਲ ਖੜਨਗੇ। ਐਡੇ ਸੂਝਵਾਨ ਸਾਡੇ ਕਿਸਾਨ ਨੇ। ਮੈਂ ਦੇਖ ਰਿਹਾ ਸੀ ਅੰਗਰੇਜ਼ੀਆਂ 'ਚ ਉੱਥੇ ਕੌਮੀ ਮੀਡੀਆ ਨੂੰ ਸਮਝਾ ਰਹੇ ਸੀ ਸਾਡੇ ਕਿਸਾਨ। ਕੌਮੀ ਮੀਡੀਆ ਗਸ਼ ਖਾਈ ਜਾਂਦਾ ਹੁਣ। ਜੀ। ਉਹ ਸਮਝਦੇ ਸੀ ਪੰਜਾਬ ਦੇ ਕਿਸਾਨਾਂ ਨੂੰ ਪਤਾ ਹੀ ਕੁਛ ਨਹੀਂ। ਉਹਨਾਂ ਨੂੰ ਤਾਂ ਇਹ ਲੱਗਦਾ ਸੀ ਕਿ ਇਹ ਗੁੰਮਰਾਹ ਹੋ ਕੇ ਆਏ ਹੋਏ ਨੇ। ਜੀ। ਸੋ ਪੰਜਾਬ ਦਾ ਕਿਸਾਨ ਗੁੰਮਰਾਹ ਨਹੀਂ ਹੁੰਦਾ। ਇਹ ਇੱਕ ਸੁਨਹਿਰੀ ਮੌਕਾ ਹੈ। ਮੈਨੂੰ ਇਹ ਲੱਗਦਾ, ਦੇਖੋ ਨਿਜ਼ਾਮ ਇਸੇ ਤਰ੍ਹਾਂ ਬਦਲਦੇ ਨੇ। ਜੀ। ਸਿਆਸੀ ਸਮੀਕਰਨ ਸੰਤੁਲਨ ਇਸੇ ਤਰ੍ਹਾਂ ਬਦਲਦੇ ਨੇ। ਮੁਲਕ 'ਚ ਜਦੋਂ ਕ੍ਰਾਂਤੀ ਆਈ ਹੈ, ਇਸ ਤਰ੍ਹਾਂ ਦੀ ਲੋਕ ਜਾਗਰੂਕ ਹੋਏ ਨੇ ਤੇ ਸਰਕਾਰਾਂ ਬਣੀਆਂ ਨੇ, ਨਵੀਂ ਸਿਆਸਤ ਨੇ ਜਨਮ ਲਿਆ, ਲੋਕ ਹਿੱਤ ਦੀ ਸਿਆਸਤ ਨੇ ਜਨਮ ਲਿਆ। ਦੇਖੋ ਸਿਆਸਤ ਕੇਜਰੀਵਾਲ ਦੀ ਵੀ ਨਹੀਂ ਮਾੜੀ। ਦਿੱਲੀ ਲਈ ਕੇਜਰੀਵਾਲ ਵੀ ਚੰਗੀ ਸਿਆਸਤ ਕਰੀ ਜਾਂਦਾ। ਪੰਜਾਬ ਲਈ ਕੇਜਰੀਵਾਲ ਦੀ ਸਿਆਸਤ ਮੈਨੂੰ ਜ਼ਿਆਦਾ ਮਾਫਕ ਨਹੀਂ ਲੱਗਦੀ ਹਾਲ ਦੀ ਘੜੀ। ਪਰ ਅਗਰ ਪੰਜਾਬ ਦੇ ਕਿਸਾਨ ਗਗਨ ਇਕੱਠੇ ਹੋ ਜਾਣ, ਇਹ ਵੇਲਾ ਹੈ ਪੰਜਾਬ ਦੇ ਸਾਰੇ ਕਿਸਾਨ ਇਕੱਠੇ ਹੋ ਕੇ ਪੋਲੀਟੀਕਲ ਪਾਰਟੀ ਬਣਾ ਲੈਣ। ਇਸ ਜਿੱਤ ਤੋਂ ਬਾਅਦ, ਖੇਤੀ ਕਾਨੂੰਨਾਂ ਦੀ ਜਿੱਤ ਤੋਂ ਬਾਅਦ, ਦੇਖੋ ਇਹਨਾਂ ਨੇ ਵੋਟ ਤਾਂ ਕਿਸੇ ਨਾ ਕਿਸੇ ਨੂੰ ਪਾਣੀ ਹੈ ਨਾ। ਜਿੰਨੇ ਸਾਡੇ ਕਿਸਾਨ ਨੇ ਕਿਸੇ ਨਾ ਕਿਸੇ ਨੂੰ ਤਾਂ ਵੋਟ ਪਾਉਂਦੇ ਆ ਨਾ। ਆਪਣੇ ਦਲ ਨੂੰ ਵੋਟ ਕਿਉਂ ਨਹੀਂ ਪਾਉਂਦੇ? ਜੀ। ਹਾਂਜੀ, ਇਕੱਠੇ ਹੋ ਕੇ 30 ਕਿਸਾਨ ਸੰਗਠਨ ਇਕੱਠੇ ਹੋ ਕੇ ਮਹਾਗਠਬੰਧਨ ਬਣਾ ਲੈਣ, ਲੈ ਸਾਰੇ ਇਹਨਾਂ ਦੇ ਨਾਲ ਆ ਜਾਣਗੇ। ਕੀ ਸਿੱਧੂ ਹੈ, ਕੀ ਖਹਿਰਾ, ਕੀ ਬੈਂਸ ਹੈ, ਪਰ ਇਹਨਾਂ ਨੂੰ ਕਿਸੇ ਨੂੰ ਨਾਲ ਲੈਣ ਦੀ ਲੋੜ ਨਹੀਂ। ਜੀ। ਇਹ ਆਪਣਾ ਗੈਰ ਰਾਜਨੀਤਿਕ ਕਿਸਾਨ ਜਿਹੜਾ ਹੈਗਾ, ਆਪਣਾ ਪੋਲੀਟੀਕਲ ਪਾਰਟੀ ਕਿਸਾਨਾਂ ਦੇ ਪੱਧਰ ਤੇ ਬਣਾਉਣ। ਤੇ ਜ਼ਰੂਰ ਮੈਂ ਕਹਿੰਦਾ ਸਰਕਾਰ ਨਹੀਂ ਇਹਨਾਂ ਦੀ ਬਣੂਗੀ, ਵਿਧਾਨ ਸਭਾ 'ਚ ਤਾਂ ਪਹੁੰਚਣਗੇ ਨਾ। ਜੀ। ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ, 5-7 ਇਹਨਾਂ ਦੇ ਮੈਂਬਰ ਪਾਰਲੀਮੈਂਟ ਹੋਣ ਤੇ ਪਾਰਲੀਮੈਂਟ 'ਚ ਫਿਰ ਮਿਲਣਾ ਕਿਸੇ ਨੂੰ ਕੀ ਔਖਾ ਹੈ। ਬਿਲਕੁਲ। ਆਪਣੇ ਖੁੱਲ੍ਹ ਕੇ ਉੱਥੇ ਆਪਣੀ ਆਵਾਜ਼ ਬੁਲੰਦ ਕਰਨ। ਸੋ ਇਹ ਵਕਤ ਦੀ ਲੋੜ ਹੈ। ਜੀ ਬਿਲਕੁਲ। ਸੋ ਜੇਕਰ 4 ਦਹਾਕੇ ਪਿੱਛੇ ਜਾਈਏ ਤਾਂ ਦੇਸ਼ ਨੂੰ ਪ੍ਰਧਾਨ ਮੰਤਰੀ ਵੀ ਉਸ ਸਮੇਂ ਦੇ ਕਿਸਾਨੀ ਅੰਦੋਲਨ ਨੇ ਜ਼ਰੂਰ ਦਿੱਤਾ ਸੀ। ਸੋ ਡੱਲਾ ਸਾਹਿਬ ਜੀ, ਇਸ ਦੇ ਨਾਲ ਹੀ ਜੇ ਹੁਣ ਅੱਗੇ ਸਵਾਲਾਂ ਦੇ ਵੱਲ ਵਧੀਏ ਤਾਂ ਕਿਸਾਨੀ ਅੰਦੋਲਨ ਦੇ ਵੱਲ ਹੀ ਮੈਂ ਤੁਹਾਨੂੰ ਦੁਬਾਰਾ ਲੈ ਕੇ ਜਾਵਾਂਗਾ ਕਿ ਹੁਣ ਕਿਸਾਨੀ ਅੰਦੋਲਨ ਦੇ ਵਿੱਚੋਂ ਨਵੀਆਂ ਚਰਚਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕਿਸਾਨ ਨਵੇਂ ਰਾਹ ਦੇ ਵੱਲ ਚੱਲਣਗੇ। ਬੇਸ਼ੱਕ ਪੰਜਾਬ ਦੀ ਸਿਆਸਤ ਦੀ ਗੱਲ ਹੋਵੇ ਜਾਂ ਹੁਣ ਜਦੋਂ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਹੁੰਦੀ ਹੈ ਤਾਂ ਉਦੋਂ ਕਿਹੜੇ ਵੱਡੇ ਸਵਾਲ ਲੈ ਕੇ ਆ ਸਕਦੇ ਨੇ ਮੂਹਰੇ? ਦੇਖੋ ਮੈਨੂੰ ਇਹ ਲੱਗਦਾ ਵੀ ਕਿਸਾਨ ਮੂਲ ਰੂਪ ਦੇ ਵਿੱਚ ਜੀ ਕੇਂਦਰ ਦੇ ਨਾਲ ਜਦੋਂ ਬੈਠਕ ਹੁੰਦੀ ਹੈ, ਨਿਸ਼ਚਿਤ ਤੌਰ ਤੇ ਕਿਸਾਨਾਂ ਦੀਆਂ ਮੰਗਾਂ, ਬਿਜਲੀ ਦਾ ਆਰਡੀਨੈਂਸ ਜੀ, ਉਹਨੂੰ ਰੋਕੋ,
ਪਰਾਲੀ ਦਾ ਆਰਡੀਨੈਂਸ ਹੈ ਉਹਨੂੰ ਰੋਕੋ, ਔਰ 3 ਖੇਤੀ ਕਾਨੂੰਨ ਹੈ, ਅਗਰ ਪੂਰੇ ਰੱਦ ਨਹੀਂ ਕਰਨੇ ਜੀ ਤਾਂ ਇਹਦੇ 'ਚ ਕਾਨੂੰਨ ਦੀ ਮੱਦ ਪਾਓ ਕਿ MSP ਕਦੀ ਖਤਮ ਨਹੀਂ ਹੋਊਗੀ, ਸਰਕਾਰੀ ਖਰੀਦ ਹਮੇਸ਼ਾ ਜਾਰੀ ਰਹੂਗੀ, ਔਰ ਜਿੰਨੇ ਕਿਸਾਨ ਗ੍ਰਿਫਤਾਰ ਹੈ ਉਹ ਰਿਹਾ ਕੀਤੇ ਜਾਣ, ਜਿੰਨੇ ਝੂਠੇ ਪਰਚੇ ਕਿਸਾਨਾਂ ਤੇ ਦਿੱਤੇ ਆ। ਤੁਸੀਂ ਦੱਸੋ, ਕਿਸਾਨ ਤਾਂ ਜਾ ਰਹੇ ਆਪਣੀ ਰਾਜਧਾਨੀ ਦਿੱਲੀ 'ਚ, ਲੋਕਤੰਤਰਿਕ ਤਰੀਕੇ ਨਾਲ ਅੰਦੋਲਨ ਕਰਨਾ ਹੱਕ ਹੈ, ਕਿਸਾਨਾਂ ਨੇ ਕਿਸੇ ਨੂੰ ਕੁਝ ਕਿਹਾ ਥੋੜੀ ਹੈ। ਬਿਲਕੁਲ ਕਿਸਾਨ ਟਰੈਕਟਰ ਟਰਾਲੀਆਂ 'ਚ ਆਪਣੇ ਅੰਦੋਲਨ ਲਈ ਦਿੱਲੀ ਜਾ ਰਹੇ ਨੇ, ਹਰਿਆਣੇ ਦੀ ਸਰਕਾਰ ਨੇ ਅੜਿੱਕਾ ਪਾਇਆ, ਟੋਏ ਪੱਟੇ, ਲਾਠੀ ਚਾਰਜ ਕੀਤਾ, ਅਥਰੂ ਗੈਸ ਛੱਡਿਆ, ਬੈਰੀਕੇਡ ਲਾਏ। ਕੇਸ ਤਾਂ ਦਰਜ ਹੋਣੇ ਚਾਹੀਦੇ ਨੇ ਹਰਿਆਣੇ ਦੀ ਸਰਕਾਰ ਵਾਲੇ ਪਾਸੇ ਵੀ ਤੁਸੀਂ ਸ਼ਾਂਤਮਈ ਜਾ ਰਹੇ ਕਿਸਾਨਾਂ ਦੇ ਰਾਹ ਚੜਿੱਕਾ ਬਣੇ ਜੀ, ਤੇ ਕੇਸ ਦਰਜ ਕਰਤੇ 307 ਦੇ ਕਿਸਾਨਾਂ ਤੇ, ਜ਼ਖਮੀ ਕਿਸਾਨ ਹੋਏ ਨੇ, ਇੱਕ ਸਾਡਾ ਸਮਰਾਲੇ ਦਾ ਕਿਸਾਨ ਸ਼ਹੀਦ ਹੋ ਗਿਆ ਉੱਥੇ ਜੀ। ਪਰਚੇ ਤਾਂ ਦਰਜ ਹੋਣੇ ਚਾਹੀਦੇ ਹਰਿਆਣੇ ਦੀ ਸਰਕਾਰ ਤੇ, ਪਰਚੇ ਦਰਜ ਕਰਤੇ ਕਿਸਾਨਾਂ ਤੇ। ਇਹ ਸਾਰੇ ਪਰਚੇ ਜਿਹੜੇ ਨੇ ਰੱਦ ਕੀਤੇ ਜਾਣੇ ਚਾਹੀਦੇ ਨੇ, ਕਿਸਾਨ ਇਹ ਮੰਗ ਰੱਖਣਗੇ, ਔਰ ਸਾਰੇ ਕਿਸਾਨ ਜਿਨ੍ਹਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ, ਔਰ ਕਿਸਾਨ ਇਹ ਵੀ ਮੰਗ ਮਨਵਾ ਲੈਣ ਕਿ ਕਦੀ ਕੇਂਦਰ ਇਹੋ ਜਿਹੀ ਜ਼ਿੱਦ ਨਾ ਕਰੇ ਵੀ ਅਸੀਂ ਮਾਲ ਗੱਡੀ ਤਾਂ ਚਲਾਵਾਂਗੇ ਜੇ ਪੈਸੇਂਜਰ ਗੱਡੀ ਚਲਾਉਣ ਦਵਾਂਗੇ ਜੀ। ਕਿਸਾਨ ਸੰਗਠਿਤ ਹੋ ਗਏ ਮੁਲਕ ਦੇ ਤੇ ਬਹੁਤ ਵੱਡੀ ਤਾਕਤ ਨੇ, ਇਹ ਸਮਝ ਆ ਜਾਊਗਾ ਕਿਸਾਨ ਫੌਜੀਆਂ ਤੋਂ ਘੱਟ ਨਹੀਂ, ਇੱਕ ਪਾਸੇ ਫੌਜ ਹੈ ਤੇ ਦੂਜੇ ਪਾਸੇ ਕਿਸਾਨ ਨੇ, ਕਿਸਾਨਾਂ ਦੇ ਪੋਤੀ ਫੌਜੀ ਨੇ ਸਾਰੇ। ਬਿਲਕੁਲ ਹੈ ਜੀ। ਸੋ ਇਸ ਕਰਕੇ ਇਹ ਸਾਰੀਆਂ ਮੰਗਾਂ ਨੇ ਜਿਹੜੀਆਂ ਇਹ ਬਹਿ ਕੇ ਕਿਸਾਨਾਂ ਨੂੰ ਮੰਗਵਾਉਣ, ਔਰ ਠੀਕ ਹੈ, ਮੈਂ ਨਹੀਂ ਕਹਿੰਦਾ ਕਿ ਕਾਨੂੰਨ 'ਚ ਸਾਰੀਆਂ ਗੱਲਾਂ ਹੀ ਗਲਤ ਹੋਣਗੀਆਂ, ਕਾਨੂੰਨ 'ਚ ਵੀ ਕੁਝ ਗੱਲਾਂ ਚੰਗੀਆਂ ਹੋਣਗੀਆਂ। ਸਰਕਾਰ ਕਿਸਾਨਾਂ ਨੂੰ ਸਮਝਾਵੇ, ਸਰਕਾਰ ਭਰੋਸਾ ਬਹਾਲ ਕਰੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕੇਂਦਰ ਦੀ ਸਰਕਾਰ ਇੰਨ ਬਿੰਨ ਲਾਗੂ ਕਰੇ ਨਾ, ਜਿਵੇਂ ਕੇਜਰੀਵਾਲ ਕਹੀ ਜਾਂਦਾ ਜਾਂ BJP ਦੇ ਲੀਡਰ ਕਹੀ ਜਾਂਦੇ ਨੇ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਅਸੀਂ ਕਰੀ ਜਾਂਦੇ ਹਾਂ, ਉਹ ਰਿਪੋਰਟ ਲਾਗੂ ਕਰੋ। ਵਾਅਦੇ ਕੀਤੇ ਸੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ, ਨਹੀਂ ਹੋਈ। ਇਹ ਵੀ ਕਿਸਾਨਾਂ ਦੀਆਂ ਮੰਗਾਂ ਨੇ ਜੀ। ਸੋ ਕਿਸਾਨ ਬੜੇ ਸਿਆਣੇ ਨੇ, ਕਿਸਾਨ ਮੰਗਾਂ ਮਨਵਾ ਕੇ ਉੱਠਣਗੇ, ਕਿਉਂਕਿ ਜਿਸ ਪੱਧਰ ਤੇ ਅੰਦੋਲਨ ਚਲਿਆ ਗਿਆ, ਇਹ ਵੇਲਾ ਆ ਗਿਆ ਮੋਦੀ ਸਾਹਿਬ ਨੂੰ, ਮੰਤਰੀਆਂ ਨੂੰ ਕਿਸਾਨ ਹਕੀਕਤ ਸਮਝਾਉਣ ਖੇਤੀ ਦੀ, ਉਹਨਾਂ ਕੋਲੇ ਵੇਲਾ ਹੈ। ਅੱਜ ਤੱਕ ਮੰਤਰੀ ਨੇ ਜਿਹੜੇ ਉਹ ਅਫਸਰਾਂ ਦੇ ਮੁਤਾਬਕ ਚੱਲਦੇ ਨੇ, ਅੱਜ ਕਿਸਾਨਾਂ ਕੋਲੇ ਵੇਲਾ ਹੈ ਕਿ ਉਹ ਸਮਝਾ ਲੈਣ ਜੀ। ਡੱਲਾ ਜੀ, ਬੀਤੇ ਦਿਨੀ ਜਿਹੜੀ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਵੱਲੋਂ ਕੀਤੇ ਗਏ 5 ਵਾਅਦਿਆਂ ਨੂੰ ਕਿਸਾਨ ਜਥੇਬੰਦੀਆਂ ਨੇ ਸਿੱਧੇ ਤੌਰ ਦੇ ਉੱਤੇ ਝੂਠਾ ਸਾਬਿਤ ਕੀਤਾ ਹੈ। ਕੀ ਵਾਅਦੇ ਸੀ, ਕੀ ਗੱਲਾਂ ਸੀ? ਦੇਖੋ, ਮੋਟੀ ਜਿਹੜੀ ਗੱਲ ਹੈ ਨਾ, ਕਿਉਂਕਿ ਉਹ ਲਗਾਤਾਰ ਆਦਤ ਹੈ ਸੱਤਾ ਦੀ ਜੀ। ਸੱਤਾ ਇਹ ਕਹਿ ਰਹੀ ਹੈ, ਜੇ ਪੰਜਾਬ 'ਚ ਕਿਸਾਨਾਂ ਦਾ ਅੰਦੋਲਨ ਹੈ ਤੇ ਇਹ ਕਹਿ ਦੋ ਵੀ ਇਹਦੇ ਪਿੱਛੇ ਸਿਆਸਤ ਹੈ, ਇਹਦੇ ਪਿੱਛੇ ਕੈਪਟਨ ਹੈ, ਇਹਦੇ ਪਿੱਛੇ ਕਾਂਗਰਸ ਹੈ, ਇਹਦੇ ਪਿੱਛੇ ਆਪ ਹੈ। ਇਹ ਨਹੀਂ ਗੱਲ ਚੱਲਦੀ। ਇਹੀ ਗੱਲਾਂ ਨੂੰ ਅੱਜ ਕਿਸਾਨਾਂ ਨੇ ਦੱਸਿਆ। ਹੁਣ ਉਹ ਕਹਿੰਦੇ ਸੀ ਵਿਚੋਲੀਏ ਪ੍ਰੋਟੈਸਟ ਕਰ ਰਹੇ ਆ, ਹੁਣ ਦਿੱਲੀ 'ਚ ਇੰਨੇ ਵਿਚੋਲੀਏ ਇਕੱਠੇ ਹੋ ਗਏ ਹੈ ਜੀ, ਤੁਸੀਂ ਦੱਸੋ। ਬਿਲਕੁਲ। ਇਸ ਕਰਕੇ ਇਹੋ ਜਿਹੇ ਗੁੰਮਰਾਹ ਕੁਨ ਬਿਆਨ ਸੱਤਾ ਨੂੰ ਨਹੀਂ ਦੇਣੇ ਚਾਹੀਦੇ। ਮੈਂ ਬਾਰ-ਬਾਰ ਹਮੇਸ਼ਾ ਹੀ ਕਹਿਣਾ, ਸੱਤਾ ਦੀ ਗਰਦਨ 'ਚ ਸਰੀਆ ਨਹੀਂ ਚਾਹੀਦਾ, ਸੱਤਾ ਦੀ ਗਰਦਨ ਲਚਕਦਾਰ ਹੋਣੀ ਚਾਹੀਦੀ ਹੈ, ਕਿਉਂਕਿ ਜੇ ਸੱਤਾ ਦੀ ਗਰਦਨ 'ਚ ਸਰੀਆ ਹੋਊਗਾ ਨਾ ਜੀ, ਜੇ ਕੋਈ ਉਹ ਸਰੀਏ ਨੂੰ ਕੱਢ ਵੀ ਨਾ ਸਕੇ, ਉਹ ਜੜ ਨੇ ਖਤਮ ਕਰ ਦੇਣਾ ਸਰੀਆ, ਜੜ ਲੱਗ ਜਾਣੀ ਜੀ। ਇਸ ਕਰਕੇ ਸੱਤਾ ਦੀ ਗਰਦਨ 'ਚ ਸਰੀਆ ਨਹੀਂ ਚਾਹੀਦਾ, ਸੱਤਾ ਲਚਕਦਾਰ ਹੋਣੀ ਚਾਹੀਦੀ ਹੈ। ਇਸ ਕਰਕੇ ਕਿਸਾਨਾਂ ਤੇ ਝੂਠੇ ਇਲਜ਼ਾਮ ਜਿਹੜੇ ਸੱਤਾ ਵੱਲੋਂ ਲਾਏ ਜਾਂਦੇ ਨੇ ਕਿ ਇਹਨਾਂ ਦੇ ਵਿੱਚੋਂ ਕੋਈ ਹੋਰ ਬੋਲਦਾ ਹੈ, ਇਹ ਖਾਲਿਸਤਾਨੀ ਨੇ, ਇਹ ਸਾਰੇ ਝੂਠੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਜੀ। ਸੋ ਇਹੀ ਅੱਜ ਉਹਨਾਂ ਨੇ ਕਿਹਾ ਵੀ ਇਹ ਝੂਠੇ ਇਲਜ਼ਾਮ ਸਾਡੇ ਤੇ ਲੱਗਦੇ ਸੀ। ਸੋ ਦੇਖੋ, ਮੈਂ ਫਿਰ ਬਾਰ-ਬਾਰ ਕਹਿਣਾ ਕਿ ਕਿਸਾਨ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਨੇ। ਸੋ ਰੀੜ੍ਹ ਦੀ ਹੱਡੀ ਨਾਲ ਸਰਕਾਰ ਦੀ ਮੁਲਾਕਾਤ ਹੈ। ਜੇ ਰੀੜ੍ਹ ਦੀ ਹੱਡੀ ਹਿਲ ਗਈ, ਸਰਕਾਰਾਂ ਕਿੱਥੇ ਰਹਿਣੀਆਂ ਨੇ? ਸਰਕਾਰਾਂ ਖੇਡਾਂ ਨੇ, ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਅਸਲ ਲੋਕਤੰਤਰ ਲੋਕਾਂ ਦੇ ਨਾਲ ਹੈ। ਸੋ ਇਹ ਕਿਸਾਨੀ ਅੰਦੋਲਨ ਦੇ ਨਾਲ ਕੁਝ ਜੁੜੀਆਂ ਹੋਏ ਖਾਸ ਸਵਾਲ ਸੀ, ਜਿਨ੍ਹਾਂ ਸਵਾਲਾਂ ਦੇ ਉੱਤੇ ਅੱਜ ਚਰਚਾ ਕਰਨੀ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਚਰਚਾਵਾਂ ਨੂੰ ਜਾਰੀ ਰੱਖਾਂਗੇ, ਤੇ ਜੇਕਰ ਮੀਟਿੰਗ ਇੱਕ ਅੱਧੇ ਦਿਨ ਦੇ ਵਿੱਚ ਜਾਂ ਅੱਜ ਵੀ ਮੀਟਿੰਗ ਹੋ ਜਾਂਦੀ ਹੈ ਤਾਂ ਉਸ ਦੇ ਉੱਤੇ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਖੁੱਲ੍ਹ ਕੇ ਚਰਚਾ ਇਸੇ ਤਰ੍ਹਾਂ ਕਰਦੇ ਰਹਾਂਗੇ। ਸੋ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਲਵਾਂਗੇ। ਡੱਲਾ ਜੀ, ਤੁਹਾਡਾ ਹੀ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ ਸਾਰਿਆਂ।